ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਦੀ ਦਾ ਲੈਸਨ ਨੰਬਰ 3 ਬੀਰਬਲਸ ਖਿਚੜੀ। ਉਸ ਚੈਪਟਰ ਦਾ ਅਸੀਂ ਬੱਚਿਓ ਰੀਡਿੰਗ, ਪ੍ਰੋਨਾਂਸੀਏਸ਼ਨ ਅਤੇ ਟਰਾਂਸਲੇਸ਼ਨ ਅਰਥਾਤ ਪੜ੍ਹਨਾ, ਉਚਾਰਨ ਕਰਨਾ ਅਤੇ ਉਹਦਾ ਉਲੱਥਾ ਅਸੀਂ ਕਰ ਚੁੱਕੇ ਹਾਂ। ਅਤੇ ਆਓ ਹੁਣ ਉਸੀ ਲੈਸਨ ਦੀ ਜਿਹੜੀ ਐਕਸਰਸਾਈਜ਼ ਹੈਗੀਆਂ ਉਹਦੀ 3 ਐਕਟੀਵਿਟੀ ਕਰਾਂਗੇ। ਐਕਟੀਵਿਟੀ ਨੰਬਰ 3, 4 ਐਂਡ 5। ਛੋਟਾ ਜਿਹਾ ਵੀਡੀਓ ਬਣੇਗਾ, ਬੜਾ ਹੀ ਸਿੰਪਲ ਅਤੇ ਸਾਦੀ ਐਕਟੀਵਿਟੀ ਹੈਗੀ ਹੈ। ਅਤੇ ਉਹਦਾ ਸਿਰਲੇਖ ਹੈ ਕੰਪਰੀਹੈਂਸ਼ਨ, ਸਮਝਣਾ ਅਰਥਾਤ ਜੋ ਸਬਕ ਅਸੀਂ ਪੜ੍ਹਿਆ ਉਹਦੇ ਵਿੱਚੋਂ ਹੀ ਅਸੀਂ ਸਵਾਲਾਂ ਦੇ ਜਵਾਬ ਦੇਣੇ ਨੇ। ਆਓ ਸ਼ੁਰੂ ਕਰੀਏ। ਸੋ ਇਹਦਾ ਸਿਰਲੇਖ ਹੈ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ ਅਰਥਾਤ ਪੜ੍ਹਨਾ ਅਤੇ ਪੜ੍ਹ ਕੇ ਸਮਝਣਾ, ਇਸ ਗੱਲ ਦੀ ਸਿਖਲਾਈ। ਐਕਟੀਵਿਟੀ ਨੰਬਰ 3, ਰਾਈਟ ਆਨਸਰਸ ਟੂ ਦੀ ਫੋਲੋਇੰਗ ਕੁਐਸਚਨਸ। ਹੇਠ ਲਿਖੇ ਸਵਾਲਾਂ ਦੇ ਜਵਾਬ ਲਿਖੋ। ਸੋ ਪਹਿਲਾ ਸਵਾਲ ਹੈ, ਵਟ ਟਾਈਮ ਆਫ ਦਾ ਈਅਰ ਵਾਜ਼ ਇਟ ਇਨ ਦਾ ਸਟੋਰੀ। ਇਨ ਦਾ ਸਟੋਰੀ ਕਹਾਣੀ ਵਿੱਚ ਵਟ ਟਾਈਮ ਕਿਹੜਾ ਟਾਈਮ, ਟਾਈਮ ਆਫ ਦਾ ਈਅਰ ਸਾਲ ਦਾ ਕਿਹੜਾ ਸਮਾਂ, ਵਾਜ਼ ਇਟ ਸੀਗਾ ਅਰਥਾਤ ਸਟੋਰੀ ਵਿੱਚ ਕਹਾਣੀ ਵਿੱਚ ਸਾਲ ਦਾ ਕਿਹੜਾ ਸਮਾਂ ਸੀਗਾ। ਤਾਂ ਸਟੋਰੀ ਦੀ ਲਾਈਨ ਇੱਦਾਂ ਹੈਗੀ ਹੈ, ਇਟ ਵਾਜ਼ ਵਿੰਟਰ ਟਾਈਮ। ਸਟਾਰਟ ਇੱਦਾਂ ਹੁੰਦਾ ਹੈ ਅਤੇ ਸਾਨੂੰ ਸਾਫ਼ ਪਤਾ ਲੱਗ ਗਿਆ ਕਿ ਸਿਆਲਾਂ ਦੀ ਗੱਲ ਹੋ ਰਹੀ ਹੈ। ਸੋ ਅਸੀਂ ਲਿਖ ਦਾਂਗੇ ਇੱਥੇ, ਇਹ ਦੇਖੋ ਇਟ ਵਾਜ਼ ਅਤੇ ਵਟ ਦੀ ਜਗ੍ਹਾ ਕਿਹੜਾ ਟਾਈਮ ਹੈ, ਵਿੰਟਰ ਟਾਈਮ। ਆਫ ਦਾ ਈਅਰ ਇਨ ਦਾ ਸਟੋਰੀ। ਬਸ ਸਵਾਲ ਦਾ ਜਵਾਬ ਹੋ ਗਿਆ, ਬੜਾ ਸੋਹਣਾ। ਜੇ ਕਹਾਣੀ ਦਾ ਨਾ ਪੜ੍ਹੀ ਹੋਈ ਤਾਂ ਠੀਕ ਹੈ, ਆਪਣੇ ਆਪ ਸਾਨੂੰ ਜਵਾਬ ਮਿਲ ਜਾਏਗਾ। ਇਟ ਵਾਜ਼ ਦੀ ਵਿੰਟਰ ਟਾਈਮ ਆਫ ਦਾ ਈਅਰ ਇਨ ਦਾ ਸਟੋਰੀ। ਚਲੋ ਪਹਿਲਾ ਸਵਾਲ ਸਾਡਾ ਹੋ ਗਿਆ, ਬੜਾ ਸੌਖਾ। ਦੂਜਾ, ਵਟ ਹੈਡ ਹੈਪਨਡ ਟੂ ਦੀ ਪੌਂਡਸ ਐਂਡ ਲੇਕਸ। ਪੌਂਡ ਮੈਨੇ ਤਲਾਅ, ਲੇਕ ਮੈਨੇ ਝੀਲ। ਤਲਾਵਾਂ ਨੂੰ ਅਤੇ ਝੀਲਾਂ ਨੂੰ ਕੀ ਹੋ ਗਿਆ ਸੀ। ਹੈਪਨ ਮੈਨੇ ਹੋਣਾ, ਹੈਡ ਹੈਪਨ ਹੋ ਗਿਆ ਸੀ। ਜਿੱਥੇ ਹੈਜ਼, ਹੈਵ, ਹੈਡ ਆਏਗਾ ਥਰਡ ਫਾਰਮ ਆਏਗੀ, ਠੀਕ ਹੈ। ਅਤੇ ਜਵਾਬ ਵੀ ਦੇਵਾਂਗੇ ਆਪਾਂ ਉਹਦੀ ਹੈਡ ਵਿੱਚ ਹੀ। ਦੀ ਪੌਂਡਸ ਐਂਡ ਲੇਕਸ ਹੈਡ ਫਰੋਜ਼ਨ। ਝੀਲਾਂ ਅਤੇ ਤਲਾਅ ਜੰਮ ਗਏ ਸੀ। ਇਹ ਦੇਖੋ, ਦੀ ਪੌਂਡਸ ਐਂਡ ਲੇਕਸ ਨੀਅਰ ਅਕਬਰਸ ਪੈਲੇਸ ਵਰ ਆਲ ਫਰੋਜ਼ਨ। ਸਾਰੇ ਜੰਮ ਗਏ ਸੀ ਠੰਡ ਦੇ ਨਾਲ, ਠੀਕ ਹੈ। ਸੋ ਸਾਨੂੰ ਜਵਾਬ ਮਿਲ ਗਿਆ, ਕਹਾਣੀ ਵਿੱਚੋਂ ਜਵਾਬ ਮਿਲ ਗਿਆ ਅਤੇ ਅਸੀਂ ਲਿਖ ਦਿੱਤਾ ਦੀ ਪੌਂਡਸ ਐਂਡ ਲੇਕਸ ਹੈਡ ਫਰੋਜ਼ਨ। ਆਓ ਤੀਜਾ ਸਵਾਲ ਕਰੀਏ ਹੁਣ। ਵਟ ਡਿਡ ਅਕਬਰ ਵਾਂਟ ਟੂ ਨੋ। ਇਹ ਦੇਖੋ ਡਿਡ ਹੈਗਾ ਬੱਚੇ ਤੇ ਭੂਤਕਾਲ ਹੈ, ਪਰ ਡਿਡ ਦੇ ਨਾਲ ਹਮੇਸ਼ਾ ਫਸਟ ਫਾਰਮ ਆਉਂਦੀ ਹੈ। ਡਿਡ ਦੇ ਨਾਲ ਆ ਗਿਆ ਵਾਂਟ। ਹੁਣ ਇਹ ਗੱਲ ਪੱਕੀ ਹੈ ਕਿ ਡਿਡ ਦੇ ਨਾਲ ਜਿਹੜੇ ਵਾਂਟ ਹੈ ਤੇ ਅਸੀਂ ਜਿਹੜੇ ਜਵਾਬ ਦੇਵਾਂਗੇ ਤੇ ਵਾਂਟ ਦਾ ਵਾਂਟਿਡ ਬਣ ਜਾਏਗਾ, ਠੀਕ ਹੈ। ਵਾਂਟਿਡ ਬਣ ਜਾਏਗਾ, ਇਹ ਗੱਲ ਖਿਆਲ ਰੱਖਣਾ। ਅਕਬਰ ਕੀ ਜਾਣਨਾ ਚਾਹੁੰਦਾ ਸੀ। ਹੁਣ ਦੇਖੋ ਸਾਨੂੰ ਜਵਾਬ ਮਿਲੇਗਾ, ਅਕਬਰ ਆਸਕਡ ਬੀਰਬਲ। ਅਕਬਰ ਨੇ ਬੀਰਬਲ ਨੂੰ ਪੁੱਛਿਆ, ਟੈਲ ਮੀ ਵਨ ਥਿੰਗ, ਮੈਨੂੰ ਇੱਕ ਗੱਲ ਦੱਸ ਬੀਰਬਲ। ਡੂ ਯੂ ਥਿੰਕ ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ। ਤੈਨੂੰ ਲੱਗਦਾ ਹੈ ਕਿ ਮਨੁੱਖ ਪੈਸੇ ਲਈ ਕੁਛ ਵੀ ਕਰ ਸਕਦਾ ਹੈ। ਹੁਣ ਉਹ ਇਹ ਜਾਣਨਾ ਚਾਹੁੰਦਾ ਸੀ, ਠੀਕ ਹੈ ਨਾ। ਤੇ ਬੀਰਬਲ ਨੇ ਜਵਾਬ ਦਿੱਤਾ ਸੀ, ਪਰ ਜਵਾਬ ਤੇ ਅਸੀਂ ਦੇਣਾ ਨਹੀਂ। ਉਹਨੇ ਜਵਾਬ ਦਿੱਤਾ ਜੀ ਹਾਂ ਕੁਛ ਵੀ ਕਰ ਸਕਦਾ ਹੈ। ਪਰ ਇਹਨਾਂ ਨੇ ਸਵਾਲ ਇਹ ਪੁੱਛਿਆ ਕਿ ਅਕਬਰ ਕੀ ਜਾਣਨਾ ਚਾਹੁੰਦਾ ਸੀ। ਹੁਣ ਅਸੀਂ ਹੁਣ ਸਵਾਲ ਦੇ ਹਿਸਾਬ ਨਾਲ ਜਵਾਬ ਦੇਣਾ ਹੈ, ਅਸੀਂ ਪੂਰਾ ਇਹਨੂੰ ਕਾਪੀ ਨਹੀਂ ਕਰ ਸਕਦੇ। ਇਹ 'ਚੋਂ ਅਸੀਂ ਜਵਾਬ ਲੱਭਣਾ ਹੈ ਕਿ ਅਕਬਰ ਇਹ ਜਾਣਨਾ ਚਾਹੁੰਦਾ ਸੀ ਬੀਰਬਲ ਕੋਲੋਂ ਕਿ ਕੀ ਆਦਮੀ, ਕੋਈ ਮਨੁੱਖ ਪੈਸੇ ਲਈ ਕੁਛ ਵੀ ਕਰ ਸਕਦਾ ਹੈ। ਸੋ ਇਹਦਾ ਜਵਾਬ ਇੱਦਾਂ ਬਣੇਗਾ, ਦੇਖੋ ਡਿਡ ਦਾ ਇੱਥੇ ਵਾਂਟ ਹੈ ਅਤੇ ਆ ਜਾਏਗਾ ਅਕਬਰ ਵਾਂਟਿਡ। ਅਤੇ ਟੂ ਨੋ ਟੂ ਤੋਂ ਬਾਅਦ ਹਮੇਸ਼ਾ ਫਸਟ ਫਾਰਮ ਆਉਂਦੀ ਹੈ। ਜਾਣਨਾ ਚਾਹੁੰਦਾ ਸੀ, ਵਾਂਟਿਡ ਮੈਨੇ ਚਾਹੁੰਦਾ ਅਤੇ ਵਾਂਟਿਡ ਹੈਗਾ ਸੀ। ਟੂ ਟੂ ਤੋਂ ਬਾਅਦ ਫਸਟ ਫਾਰਮ ਆਏਗੀ, ਹੀ ਵਾਂਟਿਡ ਟੂ ਨੋ। ਇਫ ਮੈਨੇ ਕੀ, ਆ ਮੈਨ, ਇੱਕ ਮੈਨ ਵੁੱਡ ਡੂ। ਹੁਣ ਦੇਖੇ ਬੱਚੇ ਵੁੱਡ ਆ ਗਿਆ ਇੱਥੇ। ਇੱਥੇ ਬੱਚਿਓ ਹੈਗੀ ਹੈ ਡਾਇਰੈਕਟ ਫਾਰਮ। ਉਹ ਕਹਿ ਰਿਹਾ ਵਿਲ ਅ ਮੈਨ ਡੂ ਵਿਲ, ਪਰ ਜਿਹੜੇ ਇਨਵਰਟਿਡ ਕੌਮੇ ਅਸੀਂ ਖੋਲ੍ਹ ਦਿੱਤੇ, ਹੁਣ ਅਸੀਂ ਇਨਡਾਇਰੈਕਟ ਸਪੀਚ ਬਣ ਗਈ ਅਤੇ ਇਹ ਵੁੱਡ ਬਣ ਜਾਏਗਾ। ਇਫ ਅ ਮੈਨ ਵੁੱਡ ਡੂ ਐਨੀਥਿੰਗ ਫॉर ਮਨੀ। ਇਹ ਜਵਾਬ ਇੱਦਾਂ ਤਿਆਰ ਕਰਨਾ, ਇਹ ਖਿਆਲ ਰੱਖਿਓ ਤੁਸੀਂ। ਇਸ ਗੱਲ ਦੀ ਪ੍ਰੈਕਟਿਸ ਕਰ ਲਓ ਚੰਗੀ ਤਰ੍ਹਾਂ। ਇਹਨੂੰ ਇੱਦਾਂ ਨਹੀਂ ਲਿਖਾਂਗੇ, ਜੇ ਲਿਖਾਂਗੇ ਅਕਬਰ ਵਾਂਟਿਡ ਟੂ ਨੋ ਇਫ ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ, ਉਹ ਗਲਤ ਹੋ ਜਾਏਗਾ, ਠੀਕ ਹੈ ਨਾ। ਅਤੇ ਜਾਂ ਤਾਂ ਖੈਰ ਉੱਦਾਂ ਤਾਂ ਲਿਖਣੇ ਕਿ ਅਸੀਂ ਇਹ ਇਨਡਾਇਰੈਕਟ ਸਪੀਚ ਹੀ ਸਾਨੂੰ ਜਵਾਬ ਦੇਣਾ ਪਏਗਾ। ਅਕਬਰ ਵਾਂਟਿਡ ਟੂ ਨੋ, ਅਕਬਰ ਇਹ ਜਾਣਨਾ ਚਾਹੁੰਦਾ ਸੀ ਕਿ ਇਫ ਅ ਮੈਨ ਵੁੱਡ ਡੂ ਐਨੀਥਿੰਗ ਫॉर ਮਨੀ, ਕੀ ਮਨੁੱਖ ਪੈਸੇ ਲਈ ਕੁਛ ਵੀ ਕਰੇਗਾ। ਇਫ ਅ ਮੈਨ ਵੁੱਡ, ਇਹ ਵਿਲ ਕਰਕੇ ਸੀ ਅਤੇ ਵਿਲ ਤੇ ਇਹਦਾ ਬਣ ਜਾਏਗਾ ਵੁੱਡ, ਅਤੇ ਵੁੱਡ ਤੋਂ ਬਾਅਦ ਹਮੇਸ਼ਾ ਡੂ ਆਏਗਾ। ਗੁੱਡ ਤੋਂ ਬਾਅਦ ਡੂ ਆਏਗਾ, ਵਿਲ ਤੋਂ ਬਾਅਦ ਡੂ ਆਏਗਾ, ਸ਼ੈਲ ਤੋਂ ਬਾਅਦ ਡੂ ਦਾ ਮਤਲਬ ਹੈਗਾ ਫਸਟ ਫਾਰਮ ਆਏਗੀ। ਵਿਲ, ਸ਼ੈਲ, ਕੈਨ, ਡੂ, ਡਜ਼, ਡਿਡ, ਕੁਡ, ਸ਼ੁੱਡ, ਵੁੱਡ।
ਇਹਦੇ ਬਾਅਦ ਟੂ ਤੋਂ ਬਾਅਦ ਹਮੇਸ਼ਾ ਫਸਟ ਫਾਰਮ ਆਉਂਦੀ ਹੈ। ਠੀਕ ਹੈ ਬੱਚਿਓ, ਇਹ ਗੱਲ ਦਾ ਵੀ ਖਿਆਲ ਰੱਖਣਾ ਨਿੱਕੀ ਨਿੱਕੀ ਗੱਲਾਂ ਦਾ। ਇਹ ਡਿਡ ਦੇ ਨਾਲ ਡਿਡ ਕਰਕੇ ਸੀ ਵਾਂਟ ਤੇ ਕਿਰਿਆ ਤੇ ਵਾਂਟਿਡ ਹੋ ਗਿਆ, ਤੇ ਟੂ ਤੋਂ ਬਾਅਦ ਫਸਟ ਫਾਰਮ ਆਏਗੀ ਤੇ ਵੁੱਡ ਤੋਂ ਬਾਅਦ ਹੀ ਫਸਟ ਫਾਰਮ ਆਏਗੀ, ਵੁੱਡ ਡੂ ਐਨੀਥਿੰਗ ਫॉर ਮਨੀ। ਇਹ ਸਾਡਾ ਤੀਸਰਾ ਸਵਾਲ ਹੋ ਗਿਆ। ਲੈਟਸ ਮੂਵ ਔਨ ਟੂ ਕੁਐਸਚਨ ਨੰਬਰ 4 ਨਾਓ। ਕੁਐਸਚਨ ਨੰਬਰ 4, ਵਾਈ ਡਿਡ ਦੀ ਬ੍ਰਾਹਮਣ ਐਕਸੈਪਟ ਅਕਬਰਸ ਚੈਲੰਜ। ਹੁਣ ਬੱਚਿਓ ਨਵੇਂ ਸ਼ਬਦ ਆਏ ਨੇ। ਚੈਲੰਜ ਦਾ ਮਤਲਬ ਹੁੰਦਾ ਹੈ ਬੱਚਿਓ ਚੁਣੌਤੀ। ਲਿਖ ਲਓ, ਮੈਂ ਇੱਥੇ ਨਹੀਂ ਲਿਖਿਆ। ਚੈਲੰਜ ਦਾ ਮਤਲਬ ਹੁੰਦਾ ਹੈ ਜਿਹਦਾ ਬੰਦਾ ਕਿਸੇ ਨੂੰ ਵੰਗਾਰਨਾ, ਚੈਲੰਜ ਵੀ ਤੂੰ ਕਰਕੇ ਦਿਖਾ, ਇੱਦਾਂ ਕਰ ਸਕਦਾ, ਤੇ ਕਹਿੰਦਾ ਹਾਂ ਮੈਂ ਤੇਰੀ ਇਹ ਚੁਣੌਤੀ ਸਵੀਕਾਰ ਕਰਦਾ। ਐਕਸੈਪਟ ਮੈਨਾਂ ਹੁੰਦਾ ਕਬੂਲ ਕਰਨਾ, ਸਵੀਕਾਰ ਕਰਨਾ। ਵੀ ਬਾਹਮਣ ਨੇ ਉਹਦਾ ਚੈਲੰਜ ਮੰਨ ਲਿਆ ਵੀ ਠੀਕ ਹੈ ਮੈਂ ਕਰਾਂਗਾ ਇੱਦਾਂ। ਕਹਿੰਦੇ ਵਾਈ ਡਿਡ, ਕਿਉਂ। ਡਿਡ ਮੈਨੇ ਭੂਤਕਾਲ ਹੈ, ਹੁਣ ਦੇਖੋ ਡਿਡ ਹੈਗਾ ਤੇ ਐਕਸੈਪਟ ਜਿਹੜਾ ਹੈ ਇਹ ਫਸਟ ਫਾਰਮ ਹੈ। ਇਹਦਾ ਮਤਲਬ ਜਿਹੜਾ ਜਵਾਬ ਦਾ ਆਏਗਾ ਨਾ, ਤੇ ਡਿਡ ਹੈਗਾ ਐਕਸੈਪਟ ਹੈਗਾ ਤੇ ਜਵਾਬ ਆਏਗਾ ਐਕਸੈਪਟਿਡ। ਇਹ ਨਿੱਕੀ ਨਿੱਕੀ ਗੱਲਾਂ ਸਾਰੀਆਂ ਨੋਟ ਕਰੀ ਜਾਓ। ਜਿਲੇ ਸਾਰੀ ਕਿਤਾਬ ਮੁੱਕ ਜਾਏਗੀ ਨਾ ਬੱਚਿਓ, ਗ੍ਰਾਮਰ ਦੀ ਸਾਰੀ ਤੁਹਾਡੀ ਕਵਰ ਹੋ ਜਾਏਗੀ, ਸਾਰੀ ਅੰਗਰੇਜ਼ੀ ਦੀਆਂ ਨੁਕਤੇ ਸਾਰੇ ਕਵਰ ਹੋ ਜਾਣਗੇ। ਇਹ ਮੁੜ ਮੁੜ ਕੇ ਇਹੀ ਨੁਕਤੇ ਆਈ ਜਾਣਗੇ, ਤੇ ਕੋਈ ਬਹੁਤੀ ਗੱਲਾਂ ਨਹੀਂ ਹੈਗੀਆਂ ਲਿਖਣ ਵਾਲੀਆਂ, ਥੋੜੀਆਂ ਹੀ ਹੈਗੀਆਂ। ਬਸ ਤੁਸੀਂ ਨੋਟ ਕਰੀ ਜਾਓਗੇ ਜਿਲੇ ਬਾਰ-ਬਾਰ, ਤੇ ਤੁਹਾਡੀਆਂ ਪੱਕੀਆਂ ਹੋ ਜਾਣਗੀਆਂ। ਫਿਰ ਤੁਹਾਡੇ ਕੋਲ ਗ੍ਰਾਮਰ ਵਿੱਚ ਕੋਈ ਗਲਤੀ ਨਹੀਂ ਹੋਏਗੀ। ਠੀਕ ਹੈ। ਵਾਈ ਡਿਡ ਦੀ ਬ੍ਰਾਹਮਣ ਐਕਸੈਪਟ ਅਕਬਰਸ ਚੈਲੰਜ। ਚੈਲੰਜ ਮੈंने ਚੁਣੌਤੀ, ਐਕਸੈਪਟ मैंने ਕਬੂਲ ਕਰਨਾ। ਬ੍ਰਾਹਮਣ ਨੇ ਅਕਬਰ ਦੀ ਚੁਣੌਤੀ ਕਿਉਂ ਕਬੂਲ ਕੀਤੀ। ਫਿਰ ਆਏਗਾ ਦੀ ਬ੍ਰਾਹਮਣ ਐਕਸੈਪਟਿਡ, ਦੇਖੋ ਡਿਡ ਹੈਗਾ ਨਾ, ਐਕਸੈਪਟਿਡ, ਫਿਰ ਅੱਗੇ ਆਏਗਾ ਐਕਸੈਪਟ ਅਕਬਰਸ ਚੈਲੰਜ ਬਿਕੋਜ਼। ਹੁਣ ਵਾਈ ਹੈਗਾ ਨਾ ਤੇ ਜਵਾਬ ਆਏਗਾ ਬਿਕੋਜ਼, ਕਿਉਂਕਿ ਹੀ ਵਾਂਟਿਡ ਸਮ ਮਨੀ ਟੂ ਫੀਡ ਹਿਜ਼ ਫੈਮਿਲੀ। ਫੀਡ ਮੈਨੇ ਰੋਟੀ ਖਵਾਉਣੀ, ਉਹਨੂੰ ਕੁਝ ਪੈਸੇ ਚਾਹੀਦੇ ਸੀ ਤਾਂ ਕਿ ਆਪਣੇ ਪਰਿਵਾਰ ਨੂੰ ਰੋਟੀ ਖਵਾ ਸਕੇ। ਇਹ ਜਵਾਬ ਸਾਨੂੰ ਕਿੱਥੋਂ ਮਿਲਿਆ, ਇਹ ਦੇਖੋ। ਅਕਬਰ ਆਸਕਡ, ਅਕਬਰ ਨੇ ਪੁੱਛਿਆ ਵਿਲ ਹੀ ਡੂ ਵਟ ਆਈ ਸੇ। ਬੀਰਬਲ ਨੂੰ ਸੰਬੋਧਨ ਹੋ ਕੇ ਕਿਹਾ ਕਿ ਇਹ ਬ੍ਰਾਹਮਣ ਜੋ ਮੈਂ ਕਹਾਂਗਾ ਕਰੇਗਾ, ਤੇ ਬ੍ਰਾਹਮਣ ਨੇ ਕੀ ਕਿਹਾ ਸੀ, ਐਨੀਥਿੰਗ, ਕੁਛ ਵੀ। ਇਫ ਆਈ ਗੈਟ ਸਮ ਮਨੀ ਟੂ ਫੀਡ ਮਾਈ ਫੈਮਿਲੀ, ਜੇ ਮੈਨੂੰ ਆਪਣੇ ਪਰਿਵਾਰ ਨੂੰ ਰੋਟੀ ਖਵਾਉਣ ਲਈ ਕੁਝ ਪੈਸੇ ਮਿਲ ਜਾਣ ਤੇ ਮੈਂ ਕੁਝ ਵੀ ਕਰਾਂਗਾ। ਸੋ ਸਾਨੂੰ ਪਤਾ ਲੱਗ ਗਿਆ ਕਿ ਬ੍ਰਾਹਮਣ ਨੇ ਇਹ ਚੈਲੰਜ ਇਸ ਕਰਕੇ ਕਬੂਲ ਕੀਤਾ ਕਿਉਂਕਿ ਉਹਨੂੰ ਕੁਝ ਪੈਸੇ ਚਾਹੀਦੇ ਸੀ, ਉਹ ਬੜਾ ਅੱਤ ਦਾ ਗਰੀਬ ਸੀ, ਉਹਦਾ ਪਰਿਵਾਰ ਭੁੱਖਾ ਮਰਦਾ ਪਿਆ ਸੀਗਾ, ਤੇ ਉਹਨੂੰ ਪੈਸੇ ਚਾਹੀਦੇ ਸੀ ਸੋ ਦੈਟ ਹੀ ਕੁਡ ਫੀਡ ਹਿਜ਼ ਫੈਮਿਲੀ। ਤੇ ਸਾਨੂੰ ਜਵਾਬ ਸਬਕ ਦੇ ਵਿੱਚੋਂ ਹੀ ਮਿਲ ਗਿਆ। ਅਸੀਂ ਆਪਣੇ ਵੱਲੋਂ ਸੋਚ ਕੇ ਇਧਰੋਂ ਉਧਰੋਂ ਕੋਈ ਨਹੀਂ ਲੱਭਣਾ। ਲੈਸਨ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ ਤੇ ਸਾਰੇ ਜਵਾਬ ਟੂ ਦਾ ਪੁਆਇੰਟ, ਸਟੀਕ ਜਵਾਬ ਜਿਹੜੇ ਇੱਕੋ ਦਮ ਮਿਲ ਜਾਣਗੇ ਸਾਨੂੰ। ਆਓ ਅੱਗੇ ਚਲੀਏ। ਹਾਊ ਮਚ ਮਨੀ ਡਿਡ ਅਕਬਰ ਐਗਰੀ ਟੂ ਗਿਵ ਟੂ ਦੀ ਬ੍ਰਾਹਮਣ। ਹੁਣ ਦੇਖੋ ਫਿਰ ਆ ਗਿਆ ਡਿਡ, ਆ ਗਿਆ ਭੂਤਕਾਲ ਹੈ, ਤੇ ਡਿਡ ਦੇ ਨਾਲ ਕੀ ਹੈ, ਐਗਰੀ ਆ ਗਿਆ, ਫਸਟ ਫਾਰਮ ਆਈ ਹੈ। ਫਿਰ ਟੂ ਹੈ, ਟੂ ਤੋਂ ਬਾਅਦ ਫਸਟ ਫਾਰਮ ਆਈ ਹੈ, ਟੂ ਤੋਂ ਬਾਅਦ ਹਮੇਸ਼ਾ ਫਸਟ ਫਾਰਮ ਆਏਗੀ। ਟੂ ਦੀ ਬ੍ਰਾਹਮਣ, ਅਕਬਰ ਨੇ ਬ੍ਰਾਹਮਣ ਨੂੰ ਕਿੰਨੇ ਪੈਸੇ ਦੇਣ ਲਈ ਰਜਾਮੰਦੀ ਦਿੱਤੀ। ਕਿੰਨੇ ਪੈਸੇ ਦੇਣ ਲਈ ਰਾਜੀ ਹੋਇਆ। ਐਗਰੀ ਮੈਨਾਂ ਰਾਜ਼ੀ ਹੋਣਾ, ਸਹਿਮਤ ਹੋਣਾ। ਅਕਬਰ ਬ੍ਰਾਹਮਣ ਨੂੰ ਕਿੰਨੇ ਪੈਸੇ ਦੇਣ ਲਈ ਸਹਿਮਤ ਹੋਇਆ। ਹੁਣ ਅਸੀਂ ਅੰਦਾਜ਼ਾ ਥੋੜ੍ਹੀ ਲਗਾਉਣਾ ਬਹੁਤ ਸਾਰੇ ਪੈਸੇ ਦੇਣ ਲਈ ਰਾਜੀ ਹੋਇਆ, ਇੰਨੇ ਪੈਸੇ ਦੇਣ ਲਈ ਰਾਜੀ ਹੋਇਆ, ਨਾ, ਅਸੀਂ ਕਹਾਣੀ ਚੋਂ ਲੱਭਣਾ ਹੈ। ਦੇਖੋ ਕਹਾਣੀ ਕੀ ਕਹਿੰਦੀ ਹੈ, ਦੀ ਕਿੰਗ ਸੈਡ ਟੂ ਦੀ ਬ੍ਰਾਹਮਣ। ਕਿੰਗ ਕੌਣ ਹੈਗਾ, ਅਕਬਰ। ਰਾਜੇ ਨੇ ਬ੍ਰਾਹਮਣ ਨੂੰ ਕਿਹਾ ਸਟੈਂਡ ਇਨਸਾਈਡ ਦੀ ਫਰੋਜ਼ਨ ਪੌਂਡ ਆਲ ਥਰੂ ਦਾ ਨਾਈਟ। ਜੰਮੇ ਹੋਏ ਤਲਾਅ ਦੇ ਵਿੱਚ ਸਾਰੀ ਰਾਤ ਖੜਾ ਰਹਿ, ਵਿਦਆਊਟ ਐਨੀ ਕਲੋਥਸ, ਕੱਪੜਿਆਂ ਤੋਂ ਬਿਨਾਂ, ਐਂਡ ਆਈ ਵਿਲ ਗਿਵ ਯੂ 2000 ਗੋਲਡ ਕੋਇਨਸ, ਤੇ ਮੈਂ ਤੈਨੂੰ 2000 ਸੋਨੇ ਦੇ ਸਿੱਕੇ ਦੇਵਾਂਗਾ। ਤੇ ਸਾਨੂੰ ਜਵਾਬ ਮਿਲ ਗਿਆ, ਜ਼ਿਆਦਾ ਸੋਚਣ ਦੀ ਲੋੜ ਹੀ ਨਹੀਂ, ਤੇ ਜਵਾਬ ਆ ਗਿਆ ਸਾਡਾ ਅਕਬਰ ਐਗਰੀਡ। ਦੇਖੋ ਡਿਡ ਹੈਗਾ, ਐਗਰੀ ਹੈਗਾ, ਅਕਬਰ ਐਗਰੀਡ। ਟੂ ਤੋਂ ਬਾਅਦ ਹਮੇਸ਼ਾ ਫਸਟ ਫਾਰਮ ਆਏਗੀ, ਟੂ ਗਿਵ, ਕਿੰਨੇ 2000 ਗੋਲਡ ਕੋਇਨਸ ਟੂ ਦੀ ਬ੍ਰਾਹਮਣ। ਟੂ ਗਿਵ ਕਿੰਨਾ ਸੀਗਾ 2000 ਗੋਲਡ ਕੋਇਨਸ, 2000 ਸੋਨੇ ਦੇ ਸਿੱਕੇ ਦੇਣ ਲਈ ਉਹ ਸਹਿਮਤ ਹੋਇਆ। ਤੇ ਪਿਆਰੇ ਬੱਚਿਓ, ਸਾਡੀ ਐਕਟੀਵਿਟੀ ਨੰਬਰ 3 ਦੇ 5 ਸਵਾਲ ਹੋ ਗਏ। ਆਓ ਹੁਣ ਐਕਟੀਵਿਟੀ ਨੰਬਰ 4 ਕਰੀਏ। ਐਕਟੀਵਿਟੀ 4 ਬੜੀ ਸੌਖੀ ਹੈ ਬੱਚਿਓ, ਕਿਉਂਕਿ ਇਹ 'ਚ ਵਾਰਤਾਲਾਪ ਹੈ ਕਹਾਣੀ ਵਿੱਚ। ਅਕਬਰ ਗੱਲ ਕਰਦਾ ਹੈ ਬੀਰਬਲ ਨਾਲ, ਬੀਰਬਲ ਜਵਾਬ ਦਿੰਦਾ ਅਕਬਰ ਨੂੰ, ਅਕਬਰ ਗੱਲ ਕਰਦਾ ਹੈ ਫਿਰ ਉਹਦੇ ਨਾਲ, ਬ੍ਰਾਹਮਣ ਜਵਾਬ ਦਿੰਦਾ ਹੈ ਨਾ, ਗੱਲਾਂ ਬਾਤਾਂ ਹੈਗੀਆਂ ਨੇ। ਤੇ ਉਹ ਕਹਿੰਦੇ ਨੇ, ਇਹਨਾਂ ਨੇ ਉਹ ਗੱਲਾਂ ਬਾਤਾਂ ਤੁਹਾਨੂੰ ਇੱਥੇ ਦੱਸੀਆਂ, ਤੇ ਕਹਿੰਦੇ ਦੱਸੋ ਇਹ ਗੱਲ ਕਿਹਨੇ ਕਿਹਨੂੰ ਕਹੀ। ਬਸ ਤੁਸੀਂ ਇਹ ਕਹਿਣਾ ਵੀ ਇਹ ਗੱਲ ਕਿਹਨੇ ਕਿਹਨੂੰ ਕਹੀ। ਤੇ ਇਹ ਜਵਾਬ ਉਹੀ ਬੱਚਾ ਦੇ ਸਕਦਾ ਹੈ ਜਿਹਨੇ ਪਹਿਲਾ ਵੀਡੀਓ ਦਾਣਾ ਦੇਖਿਆ ਜਾਂ ਕਿਤਾਬ ਦਾਣਾ ਪੜ੍ਹੀ ਹੈ, ਹੈ। ਜੇ ਇੱਕ ਵਾਰ ਪੜ੍ਹ ਲਈ ਦਾਣਾ, ਇੱਕ ਵਾਰ ਵੀਡੀਓ ਦਾਣਾ ਸੁਣ ਲਿਆ, ਚੰਗੀ ਤਰ੍ਹਾਂ ਦਿਮਾਗ 'ਚ ਕਹਾਣੀ ਬੈਠ ਗਈ, ਤੇ ਸਾਨੂੰ ਦੇਖਦੇ ਸਾਰੀ ਪਤਾ ਲੱਗ ਜਾਏਗਾ ਵੀ ਇਹ ਗੱਲ ਕਿਹਨੇ ਕਿਹਨੂੰ ਕਹੀ ਹੈ। ਇਹ ਦੇਖੋ ਪਹਿਲੀ ਗੱਲ ਕਹਿੰਦੇ ਇਹ ਗੱਲ ਕਿਹਨੇ ਕਹੀ, ਸਟੈਂਡ ਇਨਸਾਈਡ ਦੀ ਫਰੋਜ਼ਨ ਪੌਂਡ ਆਲ ਥਰੂ ਦਾ ਨਾਈਟ ਵਿਦਆਊਟ ਐਨੀ ਕਲੋਥਸ ਐਂਡ ਆਈ ਵਿਲ ਗਿਵ ਯੂ 2000 ਗੋਲਡ ਕੋਇਨਸ। ਵੀ ਤੂੰ ਸਾਰੀ ਰਾਤ ਜੰਮੇ ਹੋਏ ਤਲਾਅ ਦੇ ਵਿੱਚ ਕੱਪੜਿਆਂ ਤੋਂ ਬਿਨਾਂ ਖੜਾ ਰਹਿ ਤੇ ਮੈਂ ਤੈਨੂੰ 2000 ਸੋਨੇ ਦੇ ਸਿੱਕੇ ਦੇਵਾਂਗਾ। ਇਹ ਗੱਲ ਕਿਹਨੇ ਕਹੀ ਸੀਗੀ, ਸਾਨੂੰ ਪਤਾ ਹੈ ਅਕਬਰ ਨੇ ਬ੍ਰਾਹਮਣ ਨੂੰ ਕਹੀ ਸੀ। ਸੋ ਅਸੀਂ ਜਵਾਬ ਆ ਗਿਆ
ਅਕਬਰ ਸੈਡ ਟੂ ਦੀ ਬ੍ਰਾਹਮਣ, ਬਸ ਹੋਰ ਕੁਝ ਨਹੀਂ ਕਹਿਣਾ। ਇਹ ਬਚਨ, ਇਹ ਬੋਲ ਜਿਹੜੇ ਨੇ ਅਕਬਰ ਨੇ ਬ੍ਰਾਹਮਣ ਨੂੰ ਕਹੇ। ਗੱਲ ਖਤਮ ਹੋ ਗਈ। ਆਓ ਅੱਗੇ ਚਲੀਏ। ਸਵਾਲ ਨੰਬਰ 2, ਹਾਊ ਕੁਡ ਯੂ ਸਟੈਂਡ ਇਨ ਦੀ ਫਰੋਜ਼ਨ ਪੌਂਡ ਇਨ ਸਚ ਐਨ ਐਕਸਟ੍ਰੀਮ ਟੈਂਪਰੇਚਰ। ਇੰਨੀ ਠੰਡ ਵਿੱਚ ਤੂੰ ਜੰਮੇ ਹੋਏ ਤਲਾਬ ਵਿੱਚ ਕਿਤੇ ਕਿਵੇਂ ਖੜਾ ਰਹਿ ਸਕਿਆ। ਕਿਉਂਕਿ ਬ੍ਰਾਹਮਣ ਖੜਾ ਰਹਿ ਸਕਿਆ ਸੀ, ਫਿਰ ਉਹ ਇਨਾਮ ਲੈਣ ਆਇਆ, ਤਦ ਉਹਨੇ ਅਕਬਰ ਨੇ ਇਹ ਸਵਾਲ ਪੁੱਛਿਆ, ਹਨਾ, ਅਕਬਰ ਨੇ ਪੁੱਛਿਆ ਨਾ। ਸੋ ਸਾਡਾ ਜਵਾਬ ਆ ਗਿਆ ਅਕਬਰ ਸੈਡ ਟੂ ਦੀ ਬ੍ਰਾਹਮਣ। ਅਕਬਰ ਨੇ ਇਹ ਬਚਨ, ਇਹ ਬੋਲ ਬ੍ਰਾਹਮਣ ਨੂੰ ਕਹੇ ਵੀ ਤੂੰ ਕਿਵੇਂ ਖੜਾ ਹੋਇਆ। ਅਗਲਾ ਸਵਾਲ ਦੇਖੀਏ। ਉਹ ਬ੍ਰਾਹਮਣ ਯੂ ਹੈਵ ਚੀਟਡ ਮੀ। ਓਏ ਬ੍ਰਾਹਮਣ ਤੂੰ ਮੈਨੂੰ ਧੋਖਾ ਦਿੱਤਾ ਹੈ। ਇਹ ਗੱਲ ਕਿੰਨੇ ਕਹੀ ਸੀ? ਇਹ ਵੀ ਗੱਲ ਅਕਬਰ ਨੇ ਬ੍ਰਾਹਮਣ ਨੂੰ ਕਹੀ ਸੀ। ਕਿਉਂ? ਕਿਉਂਕਿ ਜਦੋਂ ਉਹਨੇ ਪੁੱਛਿਆ ਵੀ ਤੂੰ ਕਿਵੇਂ ਖੜਾ ਰਹਿ ਸਕਿਆ ਸਾਰੀ ਰਾਤ, ਤੇ ਉਹਨੇ ਕਿਹਾ ਮੈਂ ਮਹਿਲ ਵਿੱਚ ਜਗਦੇ ਦੀਵੇ ਆਏ ਸੀ, ਉਹਨਾਂ ਦੀ ਜੋ ਬੱਤੀ ਜਗਦੀ ਸੀ, ਮੈਂ ਉਹਨਾਂ ਨੂੰ ਦੇਖ ਦੇਖ ਕੇ ਇੱਕ ਮੈਂ ਆਸ ਆਪਣੇ ਆਪ ਦਿਮਾਗ 'ਚ ਬੰਨ ਲਈ ਕਿ ਮੇਰਾ ਪਰਿਵਾਰ ਜਿਹੜਾ ਹੈ ਉਹਨੂੰ ਸਵੇਰੇ ਪੈਸੇ ਮਿਲ ਜਾਣਗੇ ਤੇ ਮੈਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਸਕਾਂਗਾ। ਠੀਕ ਹੈ ਨਾ। ਸੋ ਇਹ ਗੱਲ ਵੀ ਅਕਬਰ ਨੇ ਹੀ ਬ੍ਰਾਹਮਣ ਨੂੰ ਕਹੀ। ਸੋ ਸਾਡਾ ਜਵਾਬ ਆ ਗਿਆ ਅਕਬਰ ਸੈਡ ਟੂ ਦੀ ਬ੍ਰਾਹਮਣ। ਹੁਣ ਅਗਲਾ ਸਵਾਲ ਦੇਖੀਏ ਤੇ ਬੱਚੋ ਬੜੀ ਆਸਾਨ ਐਕਸਰਸਾਈਜ਼ ਹੈ। ਯੂਅਰ ਮੈਜੈਸਟੀ, ਮਹਾਰਾਜ, ਇਟ ਇਜ਼ ਇੰਪੋਸੀਬਲ, ਇਹ ਨਾਮੁਮਕਿਨ ਹੈ, ਟੂ ਗੈਟ ਦੀ ਵਾਰਮਥ ਫਰੋਮ ਦੀ ਲਾਈਟਸ ਗਲੋਇੰਗ ਸੋ ਫਾਰ ਅਵੇ। ਇੰਨੀ ਦੂਰ ਜਗਦੇ ਹੋਏ ਦੀਵਿਆਂ ਤੋਂ ਨਿੱਘ ਲੈਣਾ ਨਾਮੁਮਕਿਨ ਹੈ। ਇਹ ਗੱਲ ਕਿਹਨੇ ਕਹੀ ਸੀਗੀ? ਇਹ ਗੱਲ ਬੀਰਬਲ ਨੇ ਅਕਬਰ ਨੂੰ ਕਹੀ ਸੀ। ਕਿਉਂ? ਜਦੋਂ ਅਕਬਰ ਨੇ ਬਾਹਮਣ ਨੂੰ ਕਿਹਾ ਤੂੰ ਮੈਨੂੰ ਚੀਟ ਕੀਤਾ ਹੈ, ਮੈਨੂੰ ਧੋਖਾ ਦਿੱਤਾ ਹੈ, ਤੂੰ ਮਹਿਲ ਵਿੱਚ ਜਗਦੇ ਦੀਵਿਆਂ ਵੱਲ ਦੇਖ ਕੇ ਸਾਰੀ ਰਾਤ ਨਿੱਘ ਲੈਂਦਾ ਰਿਹਾ ਤੇ ਇਸ ਕਰਕੇ ਤੂੰ ਖੜਾ ਰਿਹਾ ਤਲਾਅ ਦੇ ਵਿੱਚ ਤੇ ਤੂੰ ਮੈਨੂੰ ਧੋਖਾ ਦਿੱਤਾ। ਤੇ ਤਦ ਫਿਰ ਬੀਰਬਲ ਨੇ ਗੱਲ ਕੱਟ ਕੇ ਗਿਆ ਸੀਗਾ, ਨਹੀਂ ਮਹਾਰਾਜ ਇੱਦਾਂ ਨਹੀਂ, ਇੰਨੀ ਦੂਰ ਇੰਨੀ ਦੂਰ ਦੀਵੇ ਜਗਦੇ ਹੋਣ ਤੇ ਉਹ ਤੋਂ ਨਿੱਘ ਲੈਣਾ ਮੁਮਕਿਨ ਨਹੀਂ ਹੈਗਾ। ਸੋ ਇਹ ਗੱਲ ਬੀਰਬਲ ਨੇ ਕਹੀ ਸੀ। ਸੋ ਅਸੀਂ ਜਵਾਬ ਲਿਖ ਦਿੱਤਾ ਬੀਰਬਲ ਸੈਡ ਟੂ ਅਕਬਰ। ਇਹ ਗੱਲ ਬੀਰਬਲ ਨੇ ਅਕਬਰ ਨੂੰ ਕਹੀ। ਇਸ ਐਕਟੀਵਿਟੀ ਦਾ ਆਖਰੀ ਸਵਾਲ ਬੱਚਿਓ, ਪੰਜਵਾਂ। ਬੀਰਬਲ, ਆਈ ਕੰਸੀਡਰਡ ਯੂ ਟੂ ਬੀ ਦੀ ਵਾਈਜ਼ੈਸਟ ਇਨ ਦਿਸ ਕੰਟਰੀ। ਬੀਰਬਲ, ਮੈਂ ਸਮਝਦਾ ਸੀ ਕਿ ਤੂੰ ਇਸ ਦੇਸ਼ ਦਾ ਸਭ ਤੋਂ ਸਿਆਣਾ ਬੰਦਾ ਹੈ। ਬਟ ਯੂ ਹੈਵ ਪ੍ਰੂਵਡ ਮੀ ਰੋਂਗ, ਪਰ ਤੂੰ ਮੈਨੂੰ ਗਲਤ ਸਾਬਤ ਕਰ ਦਿੱਤਾ। ਇਹ ਗੱਲ ਕਹਿੰਨੇ ਗਈ ਸੀ ਜਦੋਂ ਬੀਰਬਲ ਖਿਚੜੀ ਬਣਾ ਰਿਹਾ ਸੀ ਇੱਕ ਗੱਜ ਉੱਪਰ ਰੱਖ ਕੇ, ਅੱਗ ਦੇ ਉੱਪਰ, ਹੈ ਨਾ, ਭਾਂਡਾ ਰੱਖ ਕੇ। ਤਦ ਉਹਦੀ ਇਸ ਮਤਲਬ ਕਿ ਜ਼ਾਹਰ ਤੌਰ 'ਤੇ ਜੋ ਕਰ ਰਿਹਾ ਸੀਗਾ, ਮੂਰਖਤਾ ਦਾ ਕੰਮ ਸੀ ਜ਼ਾਹਰ ਤੌਰ 'ਤੇ, ਪਰ ਉਹ ਅਕਬਰ ਨੂੰ ਉਹਦੀ ਗਲਤੀ ਦਾ ਅਹਿਸਾਸ ਦਿਵਾਉਣਾ ਚਾਹੁੰਦਾ ਸੀਗਾ। ਠੀਕ ਹੈ ਨਾ। ਸੋ ਇਹ ਗੱਲ ਵੀ ਅਕਬਰ ਨੇ ਕਹੀ ਸੀ ਬੀਰਬਲ ਨੇ। ਸਾਨੂੰ ਕਹਾਣੀ ਪੜ੍ਹ ਕੇ ਸਾਫ਼ ਪਤਾ ਲੱਗ ਜਾਂਦਾ ਹੈ। ਸੋ ਇਹਦਾ ਜਵਾਬ ਆ ਜਾਏਗਾ ਅਕਬਰ ਸੈਡ ਟੂ ਬੀਰਬਲ। ਇਹ ਬਚਨ, ਇਹ ਬੋਲ ਵੀ, ਇਹ ਸ਼ਬਦ ਵੀ ਅਕਬਰ ਨੇ ਬੀਰਬਲ ਨੂੰ ਕਹੇ। ਸੋ ਆਓ ਹੁਣ ਪਿਆਰੇ ਵਿਦਿਆਰਥੀਓ, ਇਸ ਵੀਡੀਓ ਦਾ ਆਖਰੀ ਐਕਟੀਵਿਟੀ ਜਿਹੜੀ ਐਕਟੀਵਿਟੀ ਨੰਬਰ 5 ਹੈਗੀ ਹੈ ਉਹ ਵੀ ਕਰ ਲਈਏ। ਉਹ ਵੀ ਬੜੀ ਸੌਖੀ ਜਿਹੀ ਹੈਗੀ ਹੈ। ਇਹ 'ਚ ਥੋੜ੍ਹਾ ਜਿਹਾ ਇਹਨਾਂ ਨੇ ਕਿਹਾ ਵੀ ਤੁਹਾਡੀ ਰੁਚੀ, ਤੁਹਾਡੇ ਸ਼ਬਦਾਂ ਦੀ, ਤੁਹਾਡੀ ਜਿਹੜੀ ਕ੍ਰੀਏਟ ਕਰਨ ਦੀ। ਹਾਲੇ ਤੱਕ ਤੇ ਅਸੀਂ ਸਬਕ 'ਚੋਂ ਲਿੱਤਾ ਹੈ, ਹੁਣ ਸਬਕ 'ਚੋਂ ਕੋਈ ਚੀਜ਼ ਸਮਝ ਕੇ ਆਪਣੇ ਸ਼ਬਦਾਂ ਵਿੱਚ ਅਸੀਂ ਲਿਖਣੀ ਹੈ। ਠੀਕ ਹੈ। ਕਹਿੰਦੇ ਵਟ ਡੂ ਯੂ ਅੰਡਰਸਟੈਂਡ ਅਬਾਊਟ ਬੀਰਬਲ ਇਨ ਦਾ ਸਟੋਰੀ। ਤੁਸੀਂ ਕਹਾਣੀ ਪੜ੍ਹੀ ਹੈ ਬੱਚਿਓ। ਕਹਿੰਦੇ ਬੀਰਬਲ ਬਾਰੇ ਤੁਸੀਂ ਕੀ ਸਿੱਟਾ ਕੱਢਦੇ ਹੋ, ਤੁਸੀਂ ਕੀ ਉਹਦੇ ਬਾਰੇ ਸੋਚਦੇ ਹੋ। ਵਟ ਡੂ ਯੂ ਅੰਡਰਸਟੈਂਡ ਵੀ ਬੀਰਬਲ ਕਿਹੋ ਜਿਹਾ ਬੰਦਾ ਹੈ। ਕਹਿੰਦੇ ਰਾਈਟ 3 to 4 ਸੈਂਟੈਂਸਿਸ ਔਨ ਬੀਰਬਲ। 3 ਤੋਂ 4 ਵਾਕ ਜਿਹੜੇ ਨੇ ਬੀਰਬਲ ਦੇ ਉੱਤੇ ਲਿਖੋ। ਤੇ ਬੱਚਿਓ ਮੈਂ 5 ਜਾਂ 6 ਵਾਕ ਲਿਖ ਦਿੱਤੇ ਨੇ, ਤੁਸੀਂ ਵੀ ਇਹ 'ਚ ਕੁਝ ਜੋੜੋ ਜਾਂ ਸੋਚੋ ਜਾਂ ਇਹਨੂੰ ਹੇਰ ਫੇਰ ਬਦਲ ਕਰਕੇ ਤੁਸੀਂ ਲਿਖ ਲਓ, ਨਹੀਂ ਤੇ ਇੱਦਾਂ ਕਾਪੀ ਕਰ ਲਓ। ਠੀਕ ਹੈ। ਇਹ ਦੇਖੋ, ਬੀਰਬਲ ਵਾਜ਼ ਅਕਬਰਸ ਮਿਨਿਸਟਰ। ਅਕਬਰ ਦਾ ਮਿਨਿਸਟਰ ਸੀ, ਇਹ ਤੇ ਪੱਕੀ ਗੱਲ ਹੈ ਕਿਉਂਕਿ ਉਹਦੀ ਕੋਰਟ ਵਿੱਚ ਸੀਗਾ, ਉਹਦੇ ਦਰਬਾਰ ਵਿੱਚ ਸੀਗਾ। ਸੋ ਇੱਕ ਗੱਲ ਸਾਨੂੰ ਇਹ ਪਤਾ ਲੱਗਦੀ ਕਿ ਬੀਰਬਲ ਜਿਹੜਾ ਹੈ ਅਕਬਰ ਦਾ ਮੰਤਰੀ ਸੀ। ਪਹਿਲੀ ਗੱਲ ਤਾਂ ਇਹ ਪਤਾ ਲੱਗ ਗਈ ਸਾਨੂੰ, ਇਹ ਉਹ 'ਚ ਲਿਖੀ ਨਹੀਂ ਹੋਈ, ਪਰ ਕਿਉਂਕਿ ਦਰਬਾਰ 'ਚ ਬੈਠਾ ਹੈ, ਦਰਬਾਰ ਚੱਲਦਾ ਪਿਆ ਤੇ ਅਕਬਰ ਬੀਰਬਲ ਕੋਲ ਸਵਾਲ ਪੁੱਛਦਾ ਹੈ ਨਾ। ਸੋ ਇਹਦਾ ਮਤਲਬ ਕਿ ਬੀਰਬਲ ਅਕਬਰ ਦਾ ਬੜਾ ਨੇੜਲਾ ਮੰਤਰੀ ਸੀ। ਸੋ ਅਸੀਂ ਕਹਿ ਸਕਦੇ ਹਾਂ ਬੀਰਬਲ ਵਾਜ਼ ਅਕਬਰਸ ਮਿਨਿਸਟਰ। ਹੀ ਵਾਜ਼ ਦੀ ਵਾਈਜ਼ੈਸਟ ਮੈਨ ਇਨ ਦੀ ਅਕਬਰਸ ਕਿੰਗਡਮ। ਹੁਣ ਦੇਖੋ ਬੱਚੋ, ਕਿੰਗਡਮ ਦਾ ਮੈਂ ਲਿਖਿਆ ਨਹੀਂ ਹੈ। ਕਿੰਗਡਮ ਸ਼ਬਦ ਯਾਦ ਹੈ ਤੁਹਾਨੂੰ, ਜਿਹੜਾ ਉਹ ਵਾਲਾ ਪਹਿਲਾ ਚੈਪਟਰ ਸੀ ਰੈਂਟ ਫॉर ਵਾਟਰ, ਇਹ ਉਹਦੇ ਵਿੱਚ ਵੀ ਆਇਆ ਸੀਗਾ ਤੇ ਉਹਦੇ ਵਿੱਚ ਮੈਂ ਇਹਦਾ ਮਤਲਬ ਦੱਸ ਚੁੱਕਾ, ਤਾਂ ਮੈਂ ਇਹਦਾ ਮਤਲਬ ਨਹੀਂ ਇੱਥੇ ਲਿਖ ਰਿਹਾ। ਕਿੰਗਡਮ ਦਾ ਮਤਲਬ ਹੁੰਦਾ ਰਾਜ। ਜਿਵੇਂ ਕਿੰਗ ਮੈਨੇ ਰਾਜਾ ਤੇ ਕਿੰਗਡਮ ਮੈਨੇ ਰਾਜ, ਤੇ ਅਕਬਰਸ ਕਿੰਗਡਮ ਮੈਨੇ ਅਕਬਰ ਦੇ ਰਾਜ ਵਿੱਚ ਬੀਰਬਲ ਸਭ ਤੋਂ ਸਿਆਣਾ ਬੰਦਾ ਸੀ। ਇਹ ਗੱਲ ਤੇ ਅਕਬਰ ਨੇ ਖੁਦ ਕਹੀ ਹੈ ਜਦੋਂ ਕਹਿੰਦਾ ਬੀਰਬਲ ਆਈ ਕੰਸੀਡਰਡ ਯੂ ਟੂ ਬੀ ਦੀ ਵਾਈਜ਼ੈਸਟ ਮੈਨ ਇਨ ਦੀ ਕੰਟਰੀ ਬਟ ਯੂ ਹੈਵ ਪ੍ਰੂਵਡ ਮੀ ਰੋਂਗ। ਸੋ ਸਾਨੂੰ ਇੱਧਰੋਂ ਗੱਲ ਪਤਾ ਲੱਗ ਗਈ ਕਿ ਜਿਹੜਾ ਬੀਰਬਲ ਸੀ ਉਹ ਬੜਾ ਸਿਆਣਾ ਬੰਦਾ ਸੀਗਾ। ਅਗਲੀ ਗੱਲ ਆ ਗਈ, ਹੀ ਵਾਜ਼ ਵੈਰੀ ਨੌਲੇਜੇਬਲ। ਨੌਲੇਜੇਬਲ ਦਾ ਮਤਲਬ ਹੁੰਦਾ ਬੱਚਾ ਵੱਡਾ ਸ਼ਬਦ ਹੈ, ਇਹ ਲਿਖ ਲਓ, ਨੌਲੇਜਏਬਲ। ਨੌਲੇਜੇਬਲ, ਨੌਲੇਜ ਬਿਨਾਂ ਦਾ ਗਿਆਨ, ਨੌਲੇਜੇਬਲ ਜਿਹਦੇ ਕੋਲ ਬਹੁਤ ਸਾਰਾ ਗਿਆਨ ਹੋਵੇ, ਉਹਨੂੰ ਬਹੁਤ ਸਾਰਾ ਗਿਆਨ ਸੀ। ਐਂਡ ਕੁਇਕ ਟੂ ਰਿਸਪੌਂਡ, ਤੇ ਉਹ ਫਟ ਜਵਾਬ ਦਿੰਦਾ ਸੀ, ਮਤਲਬ ਹਾਜ਼ਰ ਜਵਾਬ ਸੀ। ਕੁਇਕ ਮੈਨੇ ਬਹੁਤ ਤੇਜ਼, ਰਿਸਪੌਂਡ ਆਉਣਾ ਮੈਨੇ, ਰਿਸਪੌਂਡ ਦਾ ਮਤਲਬ ਹੁੰਦਾ
ਪ੍ਰਤੀਕਰਮ ਕਰਨਾ। ਵੀ ਜਿੱਦਾਂ ਦੇਖੋ ਸਾਨੂੰ ਪਤਾ ਲੱਗਦਾ ਜਿੱਦੇ ਅਕਬਰ ਨੇ ਪੁੱਛਿਆ ਕਿ ਬੀਰਬਲ ਕੀ ਕੋਈ ਵੀ ਮਨੁੱਖ ਪੈਸੇ ਲਈ ਕੁਝ ਵੀ ਕਰੇਗਾ, ਉਹਨੇ ਫਟ ਕਹਿਤਾ ਯੈਸ, ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ। ਇਹਦਾ ਮਤਲਬ ਕਿ ਉਹਨੂੰ ਤਜਰਬਾ ਸੀ, ਉਹਨੂੰ ਗਿਆਨ ਸੀ, ਉਹਨੇ ਫਟ ਜਵਾਬ ਦੇ ਦਿੱਤਾ। ਠੀਕ ਹੈ। ਫਿਰ ਅਗਲੀ ਗੱਲ ਕਿਹੜੀ ਹੈ, ਜਦ ਰਾਜੇ ਨੇ ਕਿਹਾ ਵੀ ਤੂੰ ਪ੍ਰੂਵ ਕਰਕੇ ਦਿਖਾ, ਇਹਦਾ ਮਤਲਬ ਫਿਰ ਕਹਿੰਦਾ ਉਹ ਅਗਲੇ ਦਿਨ ਬਾਹਮਣ ਲੈ ਆਇਆ, ਗਰੀਬ ਬ੍ਰਾਹਮਣ ਨੂੰ ਲੈ ਆਇਆ। ਕਹਿੰਦੇ ਹੀ ਨਿਊ ਹਾਊ ਟੂ ਪ੍ਰੂਵ ਵਟ ਹੀ ਸੈਡ। ਉਹਨੂੰ ਇਹ ਵੀ ਜਾਂਚ ਸੀਗੀ ਵੀ ਜਿਹੜੀ ਗੱਲ ਉਹਨੇ ਕਹੀ ਹੈ ਉਹਨੂੰ ਸਿੱਧ ਕਿਵੇਂ ਕੀਤਾ ਜਾਵੇ, ਉਹਨੂੰ ਪ੍ਰਮਾਣਿਤ ਕਿਵੇਂ ਕੀਤਾ ਜਾਵੇ, ਉਹਦਾ ਪ੍ਰਮਾਣ ਕਿਵੇਂ ਪੇਸ਼ ਕੀਤਾ ਜਾਵੇ। ਬੀਰਬਲ ਕੋਲ ਇਹ ਜਾਂਚ ਵੀ ਸੀਗੀ। ਸਾਨੂੰ ਇਸ ਕਹਾਣੀ ਰਾਹੀਂ ਇਹ ਗੱਲ ਦਾ ਵੀ ਪਤਾ ਲੱਗਦਾ ਹੈ। ਹੀ ਨਿਊ ਹਾਊ ਟੂ ਪ੍ਰੂਵ, ਇਹ ਜਾਣਦਾ ਸੀ ਵੀ ਕਿਵੇਂ ਸਿੱਧ ਕੀਤਾ ਜਾਏ ਕਿਹਨੂੰ, ਵਟ ਹੀ ਸੈਡ, ਜੋ ਉਹ ਕਹਿੰਦਾ ਸੀ ਉਹਨੂੰ ਸਿੱਧ ਕਰਨ ਦੀ ਜਾਂਚ ਵੀ ਉਹਦੇ ਕੋਲ ਸੀਗੀ। ਦੂਜੀ ਗੱਲ ਸੀ ਹੀ ਯੂਜ਼ਡ ਸਿੰਪਲ ਟ੍ਰਿਕਸ। ਸਿੰਪਲ ਟ੍ਰਿਕ ਮਨੇ ਛੋਟੀਆਂ ਮੋਟੀਆਂ ਟ੍ਰਿਕ, ਛੋਟੀਆਂ ਮੋਟੀ ਜੁਗਤੀਆਂ, ਤਰੀਕੇ, ਟੂ ਮੇਕ ਈਵਨ ਅਕਬਰ ਰਿਅਲਾਈਜ਼ ਹਿਜ਼ ਮਿਸਟੇਕ। ਉਹ ਅਕਬਰ ਨੂੰ ਵੀ ਉਹਦੀ ਗਲਤੀ ਦਾ ਅਹਿਸਾਸ ਕਰਨ ਲਈ, ਉਹਨੂੰ ਗੱਲ ਦੱਸਣ ਲਈ, ਸਮਝਾਉਣ ਲਈ ਉਹ ਛੋਟੀ ਮੋਟੀ ਇੱਦਾਂ ਦੀਆਂ ਟ੍ਰਿਕਸ ਕਰਦਾ ਸੀਗਾ, ਜੁਗਤੀਆਂ ਕਰਦਾ, ਖੇਡਾਂ ਖੇਡਦਾ ਸੀਗਾ। ਜਿੱਦਾਂ ਉਹਨੇ ਕਿਹਾ ਕਿ ਬਾਹਮਣ ਨੂੰ ਉਹਨੇ ਇਨਾਮ ਦੇ ਤੋਂ ਇਨਕਾਰ ਕਰ ਦਿੱਤਾ, ਇਹ ਗੱਲ ਕਹਿ ਕੇ ਵੀ ਤੂੰ ਦੀਵਿਆਂ ਵੱਲ ਦੇਖ ਕੇ ਨਿੱਘ ਲੈਂਦਾ ਰਿਹਾ ਤੇ ਇਸ ਕਰਕੇ ਮੈਂ ਤੈਨੂੰ ਇਨਾਮ ਨਹੀਂ ਦੇਣਾ। ਤੇ ਜਿਹੜੇ ਬੀਰਬਲ ਨੇ ਕਿਹਾ ਨਹੀਂ ਮਹਾਰਾਜ, ਇੰਨੀ ਦੂਰ ਜਗਦੇ ਦੀਵਿਆਂ ਤੋਂ ਨਿੱਘ ਲੈਣਾ ਮੁਮਕਿਨ ਨਹੀਂ, ਤੇ ਅਕਬਰ ਨੇ ਉਹਦੀ ਗੱਲ ਨਹੀਂ ਮੰਨੀ। ਹੁਣ ਅਕਬਰ ਨੂੰ ਉਹਦੀ ਇਸ ਗਲਤੀ ਦਾ ਅਹਿਸਾਸ ਕਰਨ ਲਈ ਬੀਰਬਲ ਨੇ ਕੀ ਕੀਤਾ, ਉਹਨੇ 1 ਗਜ਼ ਦੇ ਉੱਪਰ ਥੱਲੇ ਅੱਗ ਬਾਲ ਕੇ 1 ਗਜ਼ ਦੀ ਦੂਰੀ ਦੇ ਉੱਤੇ ਉਹਨੇ ਭਾਂਡਾ ਟਿਕਾਤਾ ਤੇ ਕਹਿੰਦਾ ਖਿਚੜੀ ਬਣਾ ਰਿਹਾ, ਤੇ ਜਦ ਤੱਕ ਮੇਰੀ ਖਿਚੜੀ ਨਹੀਂ ਪੱਕਦੀ ਮੈਂ ਦਰਬਾਰ 'ਚ ਨਹੀਂ ਆਵਾਂਗਾ। ਜਦ 5 ਦਿਨ ਨਹੀਂ ਆਇਆ ਤੇ ਅਕਬਰ ਆਪ ਦੇਖਣ ਆ ਗਿਆ, ਤੇ ਅਕਬਰ ਨੇ ਕਿਹਾ ਵੀ ਇੱਦਾਂ ਤੇ ਖਿਚੜੀ ਤੇਰੀ ਪੱਕੇਗੀ ਨਹੀਂ, ਹਨਾ। ਤੇ ਉਹ ਕਹਿੰਦਾ ਜੇ 1 ਮੀਲ ਦੂਰ ਦੇ ਦੀਵਿਆਂ ਤੋਂ ਨਿੱਘ ਲਿਆ ਜਾ ਸਕਦਾ ਹੈ ਤੇ 1 ਗਜ਼ ਦੀ ਦੂਰੀ ਤੋਂ ਅੱਗ ਤੋਂ ਖਿਚੜੀ ਕਿਉਂ ਨਹੀਂ ਬਣ ਸਕਦੀ। ਹੁਣ ਉਹਨੇ ਇਹ ਜੁਗਤੀ ਜਾਣ ਕੇ ਕੀਤੀ। ਇਹਦਾ ਮਤਲਬ ਵੀ ਬੀਰਬਲ ਵਿੱਚ ਇਹੋ ਜਿਹੀ ਸਿਆਣਪ ਵੀ ਸੀਗੀ ਕਿ ਉਹ ਇੱਦਾਂ ਦੀਆਂ ਟ੍ਰਿਕਸ ਕਰਕੇ ਈਵਨ ਰਾਜੇ ਨੂੰ ਵੀ, ਹੁਣ ਉੱਦਾਂ ਤੇ ਜਿੱਲੇ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਰਾਜੇ ਨੇ ਉਹਦੀ ਗੱਲ ਮੰਨੀ ਨਹੀਂ। ਉਹ 'ਚ ਲਿਖਿਆ ਨਾ ਵੀ ਅਕਬਰ ਡਿਡ ਨਾਟ ਲਿਸਨ ਟੂ ਹਿਮ। ਜਦੋਂ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਰਾਜ ਇੰਨੀ ਦੂਰ ਜਗਦੇ ਦੀਵਿਆਂ ਤੋਂ ਨਿੱਘ ਲੈਣਾ ਮੁਮਕਿਨ ਨਹੀਂ ਹੈਗਾ। ਸੋ ਇਸ ਕਰਕੇ ਉਹ ਬੀਰਬਲ 'ਚ ਕਿਹ ਗੁਣ ਵੀ ਸੀਗਾ ਕਿ ਹੀ ਯੂਜ਼ਡ ਸਿੰਪਲ ਟ੍ਰਿਕਸ ਟੂ ਮੇਕ ਈਵਨ ਅਕਬਰ ਰਿਅਲਾਈਜ਼ ਹਿਜ਼ ਮਿਸਟੇਕ। ਕਾਹਦੇ ਲਈ, ਸੋ ਦੈਟ ਇਨਜਸਟਿਸ ਵਾਜ਼ ਨਾਟ ਡਨ, ਤਾਂ ਕਿ ਬੇਇਨਸਾਫੀ ਨਾ ਹੋਵੇ। ਹੁਣ ਦੱਸੋ ਬੱਚੇ, ਮੈਂ ਇੱਥੇ ਦੇਖੋ ਇੱਕ ਸ਼ਬਦ ਵਰਤਿਆ ਇਨਜਸਟਿਸ। ਹੁਣ ਇਹਦਾ ਅਰਥ ਵੀ ਮੈਂ ਜਾਣ ਕੇ ਨਹੀਂ ਇੱਥੇ ਲਿਖ ਰਿਹਾ, ਕਿਉਂਕਿ ਇਹ ਜਿਹੜਾ ਜਸਟਿਸ ਸ਼ਬਦ ਹੈ ਇਹ ਰੈਂਟ ਫॉर ਵਾਟਰ ਵਿੱਚ ਆਇਆ ਹੈ। ਜੇ ਤੁਹਾਨੂੰ ਯਾਦ ਹੋਵੇ ਜਿਹੜਾ ਪਹਿਲਾਂ ਅਸੀਂ ਸਬਕ ਬਣਾਇਆ ਸੀਗਾ ਰੈਂਟ ਫॉर ਵਾਟਰ ਵਿੱਚ, ਜਦੋਂ ਕਿਸਾਨ ਕਹਿੰਦਾ ਹੈ ਰਾਜਾ ਕ੍ਰਿਸ਼ਨ ਦੇਵ ਰਾਏ ਦੇ ਦਰਬਾਰ ਜਾ ਕੇ ਜਹਾਂ ਪਨਾਹ ਯੂਅਰ ਮੈਜੈਸਟੀ ਆਈ ਵਾਂਟ ਜਸਟਿਸ, ਤੇ ਤੁਹਾਨੂੰ ਮੈਂ ਜਸਟਿਸ ਦਾ ਮਤਲਬ ਦੱਸ ਚੁੱਕਾ। ਜਸਟਿਸ ਦਾ ਮਤਲਬ ਹੁੰਦਾ ਹੈ ਇਨਸਾਫ, ਤੇ ਇਨਜਸਟਿਸ ਉਹਦਾ ਵਿਰੋਧੀ ਸ਼ਬਦ ਹੈ। ਇਨਜਸਟਿਸ ਜੇ ਮੋੜੇ ਆਈਐਨ ਲੱਗ ਜਾਏ, ਇਨਜਸਟਿਸ ਦਾ ਮਤਲਬ ਹੁੰਦਾ ਬੇਇਨਸਾਫੀ। ਤੇ ਬੀਰਬਲ ਨੇ ਇਹਦੇ ਟ੍ਰਿਕ ਕਿਉਂ ਕਰਦਾ ਸੀਗਾ, ਸੋ ਦੈਟ ਇਨਜਸਟਿਸ ਵਾਜ਼ ਨਾਟ ਡਨ, ਕਿਤੇ ਰਾਜੇ ਦੇ ਕੋਲੋਂ ਗਲਤੀ ਦੇ ਨਾਲ ਬੇਇਨਸਾਫੀ ਨਾ ਹੋ ਜਾਏ। ਉਹ ਬਾਹਮਣ ਬੜਾ ਗਰੀਬ ਸੀਗਾ, ਹਨਾ। ਉਹਨੇ ਵਿਚਾਰੇ ਨੇ ਦੁੱਖ ਸਹਾਰ ਕੇ ਉਹਨੇ ਠੰਡੇ ਤਲਾਅ ਦੇ ਵਿੱਚ ਖੜਾ ਹੋ ਕੇ ਸਾਰੀ ਰਾਤ ਖੜਾ ਹੋ ਕੇ ਇਸ ਆਸ ਲਈ ਕਿ ਉਹਨੂੰ ਪੈਸੇ ਮਿਲਣਗੇ ਤੇ ਮੈਂ ਆਪਣੇ ਪਰਿਵਾਰ ਨੂੰ ਰੋਟੀ ਖਵਾਵਾਂਗਾ। ਤੇ 2000 ਜਿਹੜੇ ਉਹਦੇ ਸੋਨੇ ਦੇ ਸਿੱਕੇ ਜੋ ਰਾਜੇ ਨੇ ਉਹਨੂੰ ਵਾਅਦਾ ਕੀਤਾ ਸੀ ਉਹਦਾ ਹੱਕ ਬਣਦਾ ਸੀਗਾ, ਤੇ ਉਹ ਉਹਨੂੰ ਮਿਲਣੇ ਨਹੀਂ ਸੀਗੇ। ਤੇ ਬੀਰਬਲ ਨੇ ਇਹ ਵਾਲੀ ਬੇਇਨਸਾਫੀ ਵੀ ਨਹੀਂ ਹੋਣ ਦਿੱਤੀ। ਸੋ ਇਸ ਕਰਕੇ ਬੀਰਬਲ ਵਿੱਚ ਇਹ ਗੁਣ ਵੀ ਸੀਗੇ। ਸੋ ਬੱਚਿਓ ਮੈਂ ਇਹ ਗੱਲਾਂ ਤੁਹਾਡੇ ਲਈ ਲਿਖ ਦਿੱਤੀਆਂ ਨੇ। ਸੋ ਇਸ ਵੀਡੀਓ ਦੇ ਨਾਲ ਇਹ ਐਕਟੀਵਿਟੀਜ਼ ਨੰਬਰ 3, 4 ਔਰ 5 ਦੀ ਤੇ ਸਮਾਪਤੀ ਹੁੰਦੀ ਹੈ। ਅਗਲੀ ਐਕਟੀਵਿਟੀਜ਼ ਜਿਵੇਂ ਜਿਵੇਂ ਅੱਗੇ ਨਵੀਂ ਵੀਡੀਓ ਬਣਨਗੇ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਕੇ ਲਿਆ ਕੇ ਤੁਹਾਨੂੰ ਦੱਸਦੇ ਜਾਵਾਂਗੇ। ਤੁਸੀਂ 5ਵੀਂ ਔਰ 6ਵੀਂ ਦੇ ਬੱਚਿਆਂ ਨੂੰ ਵੀ ਦੱਸੋ, ਕਿ ਵਿਦਿਆਰਥੀਆਂ ਨੂੰ ਦੱਸੋ ਕਿ ਇਸੇ ਤਰ੍ਹਾਂ ਦੇ ਲੈਸਨ ਪਾਏ ਜਾ ਰਹੇ ਹਨ, ਤੇ ਗਣਿਤ ਦੇ 6ਵੀਂ ਦੇ ਪਾਏ ਜਾ ਰਹੇ ਹਨ। ਤੇ ਜੇ ਤੁਹਾਡੇ ਘਰ 'ਚ ਹੋਰ ਕੋਈ ਵੱਡੇ ਵਿਦਿਆਰਥੀ ਹੋਣ, ਤੁਹਾਡੀ ਜਾਣਕਾਰੀ 'ਚ ਹੋਣ, 8ਵੀਂ 9ਵੀਂ 10ਵੀਂ ਦੇ ਮੈਥ ਦੇ ਵੀ ਸਾਰੇ, ਗਣਿਤ ਦੇ ਸਾਰੇ ਸਵਾਲ ਹੱਲ ਕਰਕੇ ਪਾਏ ਜਾ ਚੁੱਕੇ ਹਨ। ਤੇ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ, ਦੂਜੇ ਵਿਦਿਆਰਥੀਆਂ ਨੂੰ ਵੀ ਚੈਨਲ ਸਬਸਕ੍ਰਾਈਬ ਕਰਨ ਲਈ ਪ੍ਰੇਰੋ, ਤੇ ਨਾਲ ਦੇ ਨਾਲ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ। ਤੇ ਡਟ ਕੇ ਆਪਣੀ ਪੜ੍ਹਾਈ ਕਰਦੇ ਰਹੋ। ਤੁਸੀਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।